Hello everyone. Today we are going to start a topic metrics for master cadre. ਤੁਹਾਨੂੰ ਪਤਾ ਹੀ ਹੈ ਕਿ ਮਾਸਟਰ ਕਾਰਡ ਦੇ ਵਿੱਚ ਮੈਟ੍ਰਿਸਿਸ ਐਂਡ ਡਿਟਰਮੀਨੈਂਟਸ ਦੇ ਵਿੱਚੋਂ 10 ਤੋਂ 15 ਨੰਬਰ ਦਾ ਕੰਮ ਆ ਜਾਂਦਾ ਹੈ। ਆਪਾਂ ਟਰਾਈ ਕਰਾਂਗੇ ਕਿ ਪਹਿਲਾਂ ਆਪਾਂ ਇਹਦੇ ਬੇਸਿਕਸ ਕਰੀਏ ਐਂਡ ਆਫਟਰ ਦੈਟ ਆਪਾਂ ਇਹਦੇ ਕੁਐਸਚਨਸ ਵੀ ਡਿਸਕਸ ਕਰਾਂਗੇ। ਸਭ ਤੋਂ ਪਹਿਲਾਂ ਮੈਟ੍ਰਿਕਸ ਹੁੰਦੀ ਕੀ ਹੈ? ਅਗਰ ਆਪਾਂ ਸਿੰਪਲ ਲੈਂਗੁਏਜ ਦੇਖਿਆ ਹੈ, this is used to represent a data in a organized way। ਹੁਣ ਆਪਾਂ ਦੇਖਦੇ ਹਾਂ ਕਿ ਕਿਸ ਤਰ੍ਹਾਂ ਇਹਨੂੰ ਰਿਪਰੈਜ਼ੈਂਟ ਕਰਦੇ ਹਾਂ। ਓਕੇ, ਅਗਰ ਤੁਹਾਡੀ ਕਲਾਸ ਵਿੱਚ ਦੋ ਸਟੂਡੈਂਟਸ ਮੰਨ ਲਓ ਰਾਮ ਐਂਡ ਸ਼ਾਮ, ਠੀਕ ਹੈ। ਰਾਮ ਕੋਲ ਕੀ ਨੇ 2 ਪੈਨਸ ਹੈ ਐਂਡ 3 ਪੈਨਸਿਲਸ ਹੈ ਐਂਡ ਸ਼ਾਮ ਹੈਜ਼ 3 ਪੈਨਸ ਐਂਡ 4 ਪੈਨਸਿਲਸ, ਠੀਕ ਹੈ। ਹੁਣ ਇਸ ਡਾਟਾ ਨੂੰ ਅਗਰ ਆਪਾਂ ਆਰਗੇਨਾਈਜ਼ਡ ਵੇ ਨਾਲ ਲਿਖਣਾ ਹੋਵੇ, ਮਤਲਬ ਆਪਾਂ ਟੈਬੂਲਰ ਫਾਰਮ 'ਚ ਲਿਖਣਾ ਹੋਵੇ, ਤਾਂ ਆਪਾਂ ਕਿਸ ਤਰ੍ਹਾਂ ਲਿਖ ਸਕਦੇ ਹਾਂ? ਹਾਊ ਵੀ ਕੈਨ ਰਿਪਰੈਜ਼ੈਂਟ ਦਿਸ? ਦੇਰ ਆਰ 2 ਪਰਸਨਸ ਰਾਮ ਐਂਡ ਸ਼ਾਮ ਐਂਡ ਰਾਮ ਹੈਜ਼ 2 pens and Sham has 3 pens. Also, Ram has 3 pencils and Sham has 4 pencils. ਹੁਣ ਆਪਣੇ ਕੋਲ ਇਹ ਡਾਟਾ ਇੱਕ ਆਰਗੇਨਾਈਜ਼ ਤਰੀਕੇ ਨਾਲ ਰਿਪਰੈਜ਼ੈਂਟ ਹੋ ਗਿਆ ਨਾ, ਤਾਂ ਇਸ ਨੂੰ ਹੀ ਮੈਟ੍ਰਿਕਸ ਕਿਹਾ ਜਾਂਦਾ ਹੈ। ਨਾਓ ਵੀ ਵਿਲ ਸਟੱਡੀ ਬਰੀਫਲੀ ਅਬਾਊਟ ਦਾ ਟੌਪਿਕ ਮੈਟ੍ਰਿਕਸ। ਹੁਣ ਆਪਾਂ ਇਸ ਐਗਜ਼ਾਮਪਲ ਤੋਂ ਹੀ ਦੇਖਦੇ ਹਾਂ ਕਿ ਮੈਟ੍ਰਿਕਸ ਜੋ ਹੈ ਇਹਦੇ ਵਿੱਚ ਹੈ, ਜੋ ਹੋਰੀਜ਼ੋਨਟਲ ਲਾਈਨਸ ਹੁੰਦੀਆਂ ਇਹਨਾਂ ਨੂੰ ਆਪਾਂ ਰੋਜ਼ ਕਹਿੰਦੇ ਹਾਂ, ਔਰ ਜੋ ਵਰਟੀਕਲ ਹੁੰਦੀਆਂ ਇਹਨਾਂ ਨੂੰ ਆਪਾਂ ਕੋਲਮਸ ਕਹਿੰਦੇ ਹਾਂ। ਨਾਓ we will discuss about the definition. What is the actual definition of matrix? Definition देखते हैं। An m cross n matrix is a rectangular array of mn numbers। जो अपने को एक matrix होंदी है m cross n matrix, ਉਹਦੇ ਵਿੱਚ mn numbers ਹੁੰਦੇ ਹੈ arranged in a ordered set of m horizontal lines, ਜਿਹਦੇ ਵਿੱਚ m rows ਹੋਣ ਔਰ n vertical lines ਹੋਣ, ਮਤਲਬ n columns ਹੋਣ। in general ਆਪਾਂ ਇੱਕ matrix ਨੂੰ कैपिटल लेटर्स ਨਾਲ डिनोट करते हैं। एन m cross n matrix is usually written as A is equals to A11 A12 A1n A21 A22 A2n, like that AN1 AN2 AMN. Now order of this matrix is m cross n because it has m rows। ਆਪਣੇ ਕੋਲ m rows ਨੇ, ਤਾਂ order ਹੁਣ ਆਪਾਂ ਨੂੰ ਪਤਾ ਲੱਗ ਗਿਆ ਕਿ order of a matrix ਕੀ ਹੁੰਦਾ ਹੈ, rows into columns। ਆਪਾਂ ਇਹਨਾਂ ਨੂੰ we can't multiply this order। ਜਦੋਂ ਆਪਾਂ ਮੈਂਸ਼ਨ ਕਰਨਾ ਤਾਂ ਆਪਾਂ ਕੀ ਲਿਖਾਂਗੇ, rows into columns। ਇਹਨਾਂ ਦੀ ਮਲਟੀਪਲਾਈ ਕਰਕੇ ਨਹੀਂ ਲਿਖਣਾ। ਹੁਣ ਅਗਰ ਆਪਾਂ ਇਹਨਾਂ ਦੋਨਾਂ ਦੀ ਮਲਟੀਪਲਾਈ ਕਰ ਦਈਏ ਤਾਂ ਆਪਣੇ ਕੋਲ ਕੀ ਆ ਜਾਂਦੇ ਨੇ, ਐਲੀਮੈਂਟਸ ਆ ਜਾਂਦੇ ਨੇ ਕਿ ਇਹਦੇ ਵਿੱਚ ਟੋਟਲ ਕਿੰਨੇ ਐਲੀਮੈਂਟਸ ਨੇ। ਨਾਓ the horizontal lines are rows and the vertical lines are columns। ਤੇ ਆਪਣੇ ਕੋਲ ਕਿਸੇ ਵੀ ਮੈਟ੍ਰਿਕਸ ਦਾ ਆਰਡਰ ਕੀ ਹੁੰਦਾ ਹੈ, ਦੋਨਾਂ ਨੂੰ ਮਲਟੀਪਲੀਕੇਸ਼ਨ 'ਚ ਲਿਖ ਦਿਓ, ਰੋਜ਼ ਇਨਟੂ ਕਾਲਮਸ। ਔਰ ਅਗਰ ਆਪਾਂ ਨੂੰ ਕੰਪੈਕਟ ਵੇ ਨਾਲ ਲਿਖਣਾ ਹੋਏ ਤਾਂ ਉਹਨੂੰ ਆਪਾਂ ਇਸ ਫਾਰਮ 'ਚ ਵੀ ਲਿਖ ਸਕਦੇ ਹਾਂ, A is equals to AIJ m cross n। ਮਤਲਬ ਇਹਦੇ ਵਿੱਚ ਸਾਰੇ ਐਲੀਮੈਂਟਸ ਕਿਸ ਟਾਈਪ ਦੇ ਨੇ, AIJ ਟਾਈਪ ਦੇ। ਇਹਦੇ ਵਿੱਚ ਇਹਨਾਂ ਨੂੰ ਆਪਾਂ ਐਲੀਮੈਂਟਸ ਕਹਿੰਦੇ ਹਾਂ। A is equals to those AIJ m cross n where I belongs to, I lies between 1 and m and J lies between 1 and n। Now let's take some example to understand this। ਇੱਥੋਂ ਇਸ ਐਗਜ਼ਾਮਪਲ ਵਿੱਚ ਆਪਣੇ ਕੋਲ ਕਿੰਨੀਆਂ ਰੋਜ਼ ਹੈ, 1 2 3 ਐਂਡ ਕਾਲਮਸ ਕਿੰਨੀਆਂ 1 2 3। ਹੁਣ ਆਪਣੇ ਕੋਲ ਇਸ ਮੈਟ੍ਰਿਕਸ ਦਾ ਆਰਡਰ ਕੀ ਹੋਏਗਾ, 3 cross 3 because we have discussed that the order of a matrix is rows into columns and the numbers and the total elements in matrix, total elements in the matrix A is equals to 3 cross 3 is equals to 9। ਸਿਰਫ ਆਪਾਂ ਐਲੀਮੈਂਟਸ ਨੂੰ ਕਾਊਂਟ ਕਰਨ ਲਈ ਮਲਟੀਪਲੀਕੇਸ਼ਨ ਕਰ ਸਕਦੇ ਹਾਂ, ਆਰਡਰ ਮੈਂਸ਼ਨ ਕਰਨ ਲਈ ਆਪਾਂ ਮਲਟੀਪਲੀਕੇਸ਼ਨ ਨਹੀਂ ਕਰਾਂਗੇ। ਆਪਾਂ ਲਿਖਾਂਗੇ rows into columns, number of rows into number of columns। Now let's discuss about the elements। That every matrix A has the elements of this type AIJ, where I lies between, if matrix has order m cross n, where I lies between 1 to m and J lies between
1 to n। ਹੁਣ ਆਪਾਂ ਇਹਨੂੰ ਸਮਝਦੇ ਹਾਂ। ਇਹਦੇ 'ਚ ਕਹਿ ਰਹੇ ਕਿ ਹਰ ਐਲੀਮੈਂਟ ਹੈ ਜੋ ਉਹ ਏ ਆਈ ਜੇ ਟਾਈਪ ਦਾ ਹੁੰਦਾ ਹੈ, ਜਿਹਦੇ ਵਿੱਚ ਆਈ ਜੋ ਹੈ ਉਹ ਕਿਹਨੂੰ ਰਿਪਰੈਜ਼ੈਂਟ ਕਰਦਾ ਹੈ, ਆਈ ਜੋ ਹੈ ਉਹ ਰੋ ਨੂੰ ਰਿਪਰੈਜ਼ੈਂਟ ਕਰਦਾ ਹੈ ਐਂਡ ਜੋ ਜੇ ਹੈ ਉਹ ਕਾਲਮ ਨੂੰ ਰਿਪਰੈਜ਼ੈਂਟ ਕਰਦਾ ਹੈ। ਇਹਦਾ ਮਤਲਬ ਕੀ ਬਣਿਆ, A11 A11 'ਚ ਕਿਹੜਾ ਐਲੀਮੈਂਟ ਹੋਏਗਾ, ਦਾ ਐਲੀਮੈਂਟ which is on the first row and first column, means here A11 element is equals to 1 which is placed on first row and first column. Also A12 means which is on the first row and second column, first row second column, तो A12 की हो जाएगा 3 and we will write like that, A12 is equals to 3 and A is the place of 5, third column which है first row which है and third column which. Now A21 is 2 and element on the second row and second column which is 4 and A23 is equals to 6. Similarly third row which and first column, similarly third row and first column 7 and third row but second column 9, third row and third column 11. ਹੁਣ इस एग्जाम्पल तो ਤੁਹਾਨੂੰ क्लियर हो गया होएगा। Now by this example we observe that we can find how we can find the order and elements and the position of the elements in a matrix. Now we will discuss some other types of matrix. A matrix A is equals to Aij m cross n is called a rectangular matrix. A matrix is called rectangular matrix if m is not equals to n. अगर rows and columns same ना हों तो अपने को वो matrix की होएगी rectangular matrix, means जो 2 cross 3 order दी होए या 3 cross 2 in general कुछ भी हो सकता है. If m is not equals to n then this type of matrix is rectangular matrix. Next is a square matrix. Square matrix, as the name says, if number of rows is equals to number of columns then this matrix is square matrix, like 2 cross 2, 3 cross 3, as we discussed in the previous example. This is of order 3 cross 3. So this example was of square matrix. Next one is a row matrix. ਨਾਮ ਤੋਂ ਹੀ ਪਤਾ ਲੱਗ ਰਿਹਾ ਜਿਹਦੇ ਵਿੱਚ ਸਿਰਫ ਇੱਕ ਰੋ ਹੋਏ, ਜਿਵੇਂ ਕਿ 1 2 3, ਜਿਹਦੇ ਵਿੱਚ ਇੱਕ ਰੋ ਹੋਏ, ਕਾਲਮ ਕੁਝ ਵੀ ਹੋ ਸਕਦੀ ਹੈ, ਉਹ ਆਪਣੇ ਕੋਲ ਕੀ ਹੋਏਗੀ, ਰੋ ਮੈਟ੍ਰਿਕਸ ਹੋਏਗੀ। ਓਕੇ, ਸਿਮਿਲਰਲੀ column matrix की होएगी, a column matrix if n is equals to 1 means column ਇੱਕ ਹੋਏ, rows ਜਿੰਨੀਆਂ ਵੀ ਹੋ ਸਕਦੀਆਂ। ਓਕੇ, column ਇੱਕ ਹੋਏ and rows ਜਿੰਨੀਆਂ ਵੀ ਹੋ ਸਕਦੀਆਂ, rows can be anything. Next one is a null matrix if Aij is equals to 0. If all the elements of a matrix are 0, then this matrix is called null matrix or zero matrix. ਜਿਹਦੇ ਵਿੱਚ ਸਾਰੇ elements ਹੀ 0 ਹੋ ਜਾਣ, ਕੁਝ ਵੀ ਉਹਦਾ order ਕੁਝ ਵੀ ਹੋ ਸਕਦਾ ਹੈ, but ਸਾਰੇ elements 0 ਹੋਣ ਤਾਂ ਉਹ matrix ਕੀ ਹੋਏਗੀ, null matrix. Now let's discuss about diagonal matrix. सब तो पहली कंडीशन की है कि वो मैट्रिक्स स्क्वायर मैट्रिक्स होनी चाहिए. द मैट्रिक्स शुड बी अ स्क्वायर मैट्रिक्स. अ स्क्वायर मैट्रिक्स A is equals to Aij m cross m. Here number of rows is equals to number of columns, so this is a square matrix. This is a square matrix is called diagonal matrix if all the elements are 0 for I not equals to j. Mean to say, if we have a 2 cross 2 matrix and all the elements are 0 for I not equals to j. We have A11 here, A12 because this element represents, this element is in the first row and first column, so this is A11 and this is on the first row and second column A12, A22 and A21 and A22. Now according to this, अगर I नॉट इक्वल्स टू J होए मीन्स A12 एंड A21 ये वाले दोनों एलिमेंट्स 0 होन, these can be anything, then this matrix is called diagonal matrix. मीन्स ਜਿਹਦੇ ਵਿੱਚ A11, A22, A33, ANN ये सारे एलिमेंट्स कुछ भी होन, बट बाकी सारे एलिमेंट्स Aij is equals to 0 होन for I नॉट इक्वल्स टू J, then A मैट्रिक्स की होएगी डायगनल
ਮੈਟ੍ਰਿਕਸ। ਹੁਣ ਆਪਾਂ ਦੇਖਦੇ ਹਾਂ, ਨਾਓ ਵੀ ਵਿਲ ਡਿਸਕਸ ਵਟ ਇਜ਼ ਸਕੇਲਰ ਮੈਟ੍ਰਿਕਸ। ਡਾਇਗਨਲ ਮੈਟ੍ਰਿਕਸ 'ਚ ਆਪਣੇ ਕੋਲ ਕੀ ਹੁੰਦਾ ਕਿ ਸਾਰੇ ਐਲੀਮੈਂਟਸ ਜੋ ਕਿ ਜਿਹਦੇ ਵਿੱਚ i ਨੋਟ ਇਕੁਅਲਸ ਟੂ j ਹੈ ਉਹ ਸਾਰੇ ਐਲੀਮੈਂਟ 0 ਹੋਣ ਐਂਡ these elements can be anything, ਬਾਕੀ ਸਾਰੇ ਐਲੀਮੈਂਟਸ 0 ਹੋਣ if we take any 3x3 ਮੈਟ੍ਰਿਕਸ। ਓਕੇ, ਹੁਣ ਦੇਖਦੇ ਹਾਂ ਕਿ ਸਕੇਲਰ ਮੈਟ੍ਰਿਕਸ ਕੀ ਹੁੰਦੀ ਹੈ। ਅ ਸਕੁਅਰ ਮੈਟ੍ਰਿਕਸ A is equals to aij whose order is m cross m is called a scalar matrix if all the elements are 0 for I not equals to j। मतलब ये condition ਤਾਂ diagonal matrix ਦੀ ਹੈ and all the diagonal elements are equal, these are called diagonal elements। all the diagonal elements are equal means these are arbitrary, means this can be anything, this can be any natural number, any real number, this can be anything, but all the non-diagonal elements are 0 and diagonal elements are equal, then this matrix is called scalar matrix। now we will discuss about what is unit matrix। in unit matrix, a square matrix m cross n is called a unit matrix if all the aij is equals to 0 for I not equals to j। मतलब सेम कंडीशन है कि सारे एलिमेंट्स नॉन डायगनल एलिमेंट्स 0 होन और जो डायगनल एलिमेंट्स है वो की होने चाहिए अगर सारे 1 होन, if all the non diagonal elements are 1 means if all the diagonal elements are 1। let's take some matrix of order 3x3। नॉन डायगनल एलिमेंट सारे अपने को 0 है। ओके, सब तो पहला ਤਾਂ अगर ये सारे 0 है ਤਾਂ ਇਹ ਆਪਣੇ ਕੋਲ ਕੀ ਇੱਕ ਡਾਇਗਨਲ ਮੈਟ੍ਰਿਕਸ ਹੈ। ਓਕੇ, ਔਰ ਇਹ ਵਾਲੇ ਜਿਹੜੇ ਐਲੀਮੈਂਟਸ ਹੁੰਦੇ ਆ ਇਹਨਾਂ ਨੂੰ ਆਪਾਂ ਡਾਇਗਨਲ ਐਲੀਮੈਂਟਸ ਬੋਲਦੇ ਆ। ਅਗਰ ਇੱਥੇ ਕੋਈ ਸੇਮ ਨੰਬਰ ਹੋਏ ਤਾਂ ਉਹ ਕੀ ਹੋ ਜਾਂਦੀ ਹੈ ਸਕੇਲਰ ਮੈਟ੍ਰਿਕਸ, ਜਿਵੇਂ ਕਿ ਆਪਾਂ ਇਹ ਐਗਜ਼ਾਮਪਲ ਦੇਖੀ ਹੈ। ਓਕੇ, ਅਗਰ ਇਹੀ ਸੇਮ ਆਪਣੇ ਕੋਲ जो डायगनल एलिमेंट्स है अगर वो सेम हो जान, अगर वो 1 हो जान इन पर्टिकुलर, if all the diagonal elements are 1 then this matrix is called unit matrix और ਇਹਨੂੰ ਆਪਾਂ identity matrix ਵੀ ਕਹਿੰਦੇ ਹਾਂ। this is also called identity matrix। now let's discuss about upper triangular matrix। first of all, what is an upper triangular matrix if aij is equals to 0 for j less than I। for example, if I take a matrix of order 3x3, we know that there are elements a11, a12 and a13, 21, a22, a23, a31, a32, a33। what is the condition if j is less than I? aij is equals to 0 where j is less than I, मतलब j छोटा हो I से। ओके, सो यहाँ पे j छोटा है I से because here first element represents I and second element represents j। so if this is 0 and this is 0 and this is 0, this type of matrix is called upper triangular matrix। now a lower triangular matrix is that type of matrix in which all the elements are 0 if j is greater than I, means ਜਿਹੜੀਆਂ ਇੱਕ ਐਵੇਂ ਦੀ 3x3 ਮੈਟ੍ਰਿਕਸ ਨੂੰ ਆਪਾਂ ਲੋਅਰ ਟ੍ਰਾਇੰਗੂਲਰ ਕਹਾਂਗੇ ਜਦੋਂ ਆਪਣੇ ਕੋਲ ਉੱਪਰ ਇੱਕ ਟ੍ਰਾਇੰਗਲ ਬਣ ਰਹੀ ਹੋਏ 0 ਮੈਟ੍ਰਿਕਸ ਦੀ ਐਂਡ these elements are same। अब ਇੱਕ ਮੈਟ੍ਰਿਕਸ ਨੂੰ ਆਪਾਂ ਲੋਅਰ ਟ੍ਰਾਇੰਗੂਲਰ ਮੈਟ੍ਰਿਕਸ ਉਦੋਂ ਕਹਾਂਗੇ ਜਦੋਂ ਆਪਣੇ ਕੋਲ ਇੱਕ ਮੈਟ੍ਰਿਕਸ ਨੂੰ ਆਪਾਂ ਲੋਅਰ ਟ੍ਰਾਇੰਗੂਲਰ ਮੈਟ੍ਰਿਕਸ ਉਦੋਂ ਕਵਾਂਗੇ ਜਦੋਂ ਆਪਣੇ ਕੋਲ ਸਾਰੇ aij 0 ਹੋਣ for j greater than I। here this element is a12, here j is greater than I, so if these are 0 where j is greater than I, these are 0, then this matrix is an example of lower triangular matrix and this is an example of upper triangular matrix। now let's discuss about tridiagonal matrix। tridiagonal matrix is a matrix that has only non-zero values only on the principal diagonal, super diagonal and sub diagonal।
फर्स्ट ऑफ ऑल ये हुंदी की चीज है, व्हाट इज अ प्रिंसिपल डायगोनल, सुपर डायगोनल एंड सब डायगोनल. इफ आई टेक, let's consider this is a 5 cross 5 matrix. First of all, we will see what is principal diagonal. Here we know that this is a diagonal where elements are in the form a11, a22, a33, a44, 55. This is a principal diagonal. प्रिंसिपल डायगोनल एंड सुपर डायगोनल जो बिल्कुल ऊपर है, दिस इज अ सुपर डायगोनल. ये अपने कुल की है सुपर डायगोनल एंड दिस वन इज सब डायगोनल. ओके, नाउ लेट्स सी द डेफिनेशन. डेफिनेशन की है ट्राई डायगोनल मैट्रिक्स की. दिस इज अ मैट्रिक्स दैट हैज ओनली नॉन जीरो वैल्यूज ओनली ऑन द प्रिंसिपल डायगोनल, प्रिंसिपल डायगोनल, सुपर डायगोनल एंड सब डायगोनल. बाकी सारियां एलिमेंट्स, बाकी सारे एलिमेंट्स अगर जीरो होन, बाकी सारे एलिमेंट्स अगर अपने कोल जीरो होन, ओके, और नॉन जीरो वैल्यू सिर्फ कितने होन, प्रिंसिपल, सुपर एंड सब डायगोनल्स थे, देन वो मैट्रिक्स अपने कोल की होएगी, देन दिस मैट्रिक्स इज ट्राई डायगोनल मैट्रिक्स. Hope you understood all the concepts. In the next video we will do some more concepts on matrix. Thank you for watching. Hope you understood all the concepts of matrix. Next videos ਵਿੱਚ ਆਪਾਂ ਇਹਦੇ questions discuss ਕਰਾਂਗੇ ਔਰ ਇਹਦੇ ਕੁਝ concepts ਕਰਾਂਗੇ. Thank you for watching.